धोखे हंता सुख रास ताको बिगनना को लगे झाकी प्रापी आगे हरिदास ताको बिगन न को लागे जाकी प्रभु आगे हरिदास जो मांगे ठाकुर अपने ते
ਕਰਿਆ ਕਰ ਬੰਦਿਆ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਹੋ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਬਿਨ ਸਿਮਰਨ ਤੋਂ ਮੁੱਲ ਨਹੀਂ ਪੈਂਦਾ ਰੂਪ ਜਵਾਨੀ ਦਾ ਬਿਨ ਸਿਮਰਨ ਤੋਂ ਮੁੱਲ ਨਹੀਂ ਪੈਂਦਾ ਦਿਲ ਜਵਾਨੀ ਦਾ ਬਿਨ ਭਜਨ ਤੋਂ ਬੰਦਾ ਜਗ ਤੇ ਨਹੀਂ ਤਵਾਨੀ ਦਾ ਬਿਨ ਭਜਨ ਤੋਂ ਬੰਦਾ ਜਗ ਤੇ ਨਹੀਂ ਦੁਆਨੀ ਦਾ ਲੋਭ ਲਾਲਚ ਨੇ ਮਾੜੇ ਲੋਭ ਲਾਲਚ ਨੇ ਮਾੜੇ ਇਸ ਸੰਗ ਲੜਿਆ ਕਰ ਬੰਦਿਆ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਹੋ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਵਾਰੀ ਤਾਂ ਨਸ਼ਾ ਜਵਾਨੀ ਸਭ ਤੇ ਆਉਂਦਾ ਏ ਇੱਕ ਵਾਰੀ ਤਾਂ ਨਸ਼ਾ ਜਵਾਨੀ ਸਭ ਤੇ ਆਉਂਦਾ ਏ ਇੱਕ ਵਾਰੀ ਦਾ ਥਿੜਕੀ ਹਾ ਬੰਦਾ ਫਿਰ ਪਛਤਾਉਂਦਾ ਏ ਇੱਕ ਵਾਰੀ ਦਾ ਥਿੜਕਿਆ ਬੰਦਾ ਫਿਰ ਪਛਤਾਉਂਦਾ ਏ ਸਭ ਚੰਗੇ ਦੋਸ਼ ਕਿਸੇ ਸਿਰ ਸਭ ਚੰਗੇ ਨਾ ਦੋਸ਼ ਕਿਸੇ ਸਿਰ ਮੜਿਆ ਕਰ ਬੰਦਿਆ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਹੋ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਭਲਿਆਂ ਬੰਦੀਆਂ ਨੂੰ ਜਗ ਚੇਤੇ ਕਰਦਾ ਰਹਿੰਦਾ ਏ ਭਲਿਆਂ ਬੰਦਿਆਂ ਨੂੰ ਜਗ ਚੇਤੇ ਕਰਦਾ ਰਹਿੰਦਾ ਏ ਯਾਦ ਬਣੇ ਇਤਿਹਾਸ ਜਦੋਂ ਕੋਈ ਦੁਖੜੇ ਸਹਿੰਦਾ ਏ ਯਾਦ ਬਣੇ ਇਤਿਹਾਸ ਜਦੋਂ ਕੋਈ ਦੁਖੜੇ ਸਹਿੰਦਾ ਏ ਤੁਰ ਜਾਵੇਗਾ ਸੱਚ ਦਾ ਪੱਲਾ ਸੁਰ ਜਾਵੇਗਾ ਸੱਚ ਦਾ ਪੱਲਾ ਫੜਿਆ ਕਰ ਬੰਦਿਆ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ ਦਿਨ ਗੱਲਾਂ ਹੋਣਗੀਆਂ ਟਾਂਟੀ ਚਾਂਚਲ ਵੀਰ ਦੀਆਂ ਮੁੜ ਮੁੜ ਜਾਤਾ ਆਉਂਦੀਆਂ ਰਹਿਣੀਆਂ ਕੁਨਸਾ ਦੇ ਬਲਵੀਰ ਦੀਆਂ
ਦੋ ਦਿਨ ਗੱਲਾਂ ਹੋਣਗੀਆਂ ਢਾਡੀ ਚਾਂਚਲ ਦੀਪ ਦੀਆਂ। ਮੁੜ ਮੁੜ ਯਾਦਾਂ ਆਉਂਦੀਆਂ ਰਹਿਣੀਆਂ ਕੁਨਸਾ ਦੇ ਬਲਵੀਰ ਦੀਆਂ। ਨਾਮ ਕੁਮਾਰੀ ਸੱਚ ਦੇ ਬੇੜੇ, ਨਾਮ ਕੁਮਾਰੀ ਸੱਚ ਦੇ ਬੇੜੇ ਚੜਿਆ ਕਰ ਬੰਦਿਆ। ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ। ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ। ਸ਼ਾਮ ਸਵੇਰੇ ਤੂੰ ਗੁਰਬਾਣੀ ਪੜਿਆ ਕਰ ਬੰਦਿਆ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਬੈਠੇ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਖੁਸ਼ੀਆਂ ਲੈ ਰਹੇ ਹੋ। ਇਲਾਕੀ ਬਾਣੀ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਨ ਦੇ ਲਈ ਚੌਂਕੜੇ ਮਾਰ ਕੇ ਬੈਠੇ ਹੋ। ਧੰਨ ਧੰਨ ਦੇ ਯੋਗ ਹੋ। ਢਾਡੀ ਜਥਾ ਇਤਿਹਾਸ ਦੀ ਵੰਨਗੀ ਨੂੰ ਕਹਿਣ ਦਾ ਯਤਨ ਕਰੇ। ਆਓ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਦਰ ਦਾ ਜੋ ਅਸੂਲ ਹੈ ਉਸ ਅਸੂਲ ਦੇ ਪਹਿਰੇਦਾਰ ਬਣੀਏ। ਸਮੁੱਚੀਆਂ ਸੰਗਤਾਂ ਗੁਰਫਤਿਹ ਦੀ ਸਾਂਝ ਪਾਓ ਜੀ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪੰਚਮ ਪਾਤਸ਼ਾਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਬੰਦੇ ਨੂੰ ਸਾਵਧਾਨ ਕਰ ਰਹੇ ਨੇ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰਗਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਰੰਭਤਾ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਮੇਰੇ ਹਜ਼ੂਰ ਪਾਤਸ਼ਾਹ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਦਰਬਾਰ ਦੇ ਵਿੱਚ ਸੱਜਣ ਵਾਲਿਓ, ਇੱਥੇ ਆ ਕੇ ਜੋ ਸਾਡੇ ਜੀਵਨ ਦੇ ਵਿੱਚ ਔਗਣ ਨੇ ਉਹਨਾਂ ਔਗਣਾਂ ਦਾ ਅੰਤ ਹੋ ਜਾਂਦਾ ਹੈ ਤੇ ਗੁਰੂ ਸਾਡੀ ਝੋਲੀ ਗੁਣਾਂ ਦੇ ਨਾਲ ਭਰ ਦਿੰਦਾ ਹੈ। ਫਿਰ ਗੁਰੂ ਸਾਡੇ ਜੀਵਨ ਦੇ ਵਿੱਚੋਂ ਉਹ ਕੁਝ ਦੂਰ ਕਰ ਦਿੰਦਾ ਹੈ ਜੋ ਗੁਰੂ ਨੂੰ ਭਾਉਂਦਾ ਨਹੀਂ, ਪਰ ਗੁਰੂ ਦੇ ਹੋਣਾ ਪਵੇਗਾ। ਜਦੋਂ ਤੂੰ ਗੁਰੂ ਦਾ ਹੋ ਜਾਵੇਂਗਾ ਫਿਰ ਤੈਨੂੰ ਆਪਣੀ ਚਿੰਤਾ ਨਹੀਂ ਹੋਵੇਗੀ, ਫਿਰ ਤੂੰ ਆਪਣੀ ਚਿੰਤਾ ਛੱਡ ਦੇ। ਮੇਰੇ ਸਤਿਗੁਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ 62 ਸ਼ਲੋਕ ਮੇਰੇ ਹਜ਼ੂਰ ਪਾਤਸ਼ਾਹ ਜੀ ਦੇ ਸ਼ੋਭਾ ਪਾ ਰਹੇ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਆਪਣੀ ਰਸਨਾ ਤੋਂ ਬਚਨ ਕਰ ਰਹੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਚਿੰਤਾ ਤੂੰ ਆਪਣੀ ਕਰਨੀ ਛੱਡ ਦੇ, ਪਰ ਗੁਰੂ ਦਾ ਹੋ ਜਾ। ਜਦੋਂ ਤੂੰ ਗੁਰੂ ਦਾ ਹੋ ਜਾਵੇਂਗਾ ਫਿਰ ਇਸ ਦੁਨੀਆ ਦੇ ਭਵ ਸਾਗਰ ਨੂੰ ਤਰਨ ਜੋਗਾ ਹੋ ਜਾਵੇਗਾ। ਆਓ ਅੱਜ ਇਤਿਹਾਸ ਦੀ ਵੰਨਗੀ ਮੈਂ ਆਪ ਜੀ ਦੇ ਸਨਮੁਖ ਕਰਨ ਲੱਗੀ ਹਾਂ। ਆਪਣੇ ਸਾਥੀਆਂ ਸਮੇਤ ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਪਾਵਨ ਧਰਤੀ ਤੇ ਸੰਗਤਾਂ ਦੇ ਵਿਹੜੇ ਤਾਰ ਰਹੇ ਨੇ, ਯਾਤਰਾਵਾਂ ਤੋਂ ਵਿਹਲੇ ਹੋਏ ਮੇਰੇ ਹਜ਼ੂਰ ਪਾਤਸ਼ਾਹ ਜ਼ਿੰਦਗੀ ਦੇ 17 ਸਾਲ ਮੇਰੇ ਸਤਿਗੁਰ ਜੀ ਕਿਰਤ ਕਰਦੇ ਨੇ। ਅਸੀਂ ਜਦੋਂ ਸਿੱਖੀ ਸਿਧਾਂਤ ਦੀ ਗੱਲ ਕਰਦੇ ਹਾਂ, ਅਸੀਂ ਸਿੱਖੀ ਸਿਧਾਂਤ ਨੂੰ ਸੁਣਦੇ ਹਾਂ, ਸਿੱਖੀ ਵਿਚਾਰ ਨੂੰ ਸੁਣਦੇ ਹਾਂ ਤੇ ਗੁਰੂ ਨਾਨਕ ਦੇ ਦਰ ਦਾ ਅਸੂਲ ਹੈ ਸਿੱਖਾ ਕਿਰਤ ਕਰ, ਨਾਮ ਜਪ ਤੇ ਵੰਡ ਕੇ ਛਕ।
ਜੋ ਕੁਝ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਹੈ ਉਸ ਨੂੰ ਪਹਿਲਾਂ ਆਪ ਕੀਤਾ ਹੈ, ਪਰ ਅੱਜ ਸਾਡੀ ਦਸ਼ਾ ਕੁਝ ਹੋਰ ਹੋ ਗਈ। ਅਸੀਂ ਦੂਸਰੇ ਨੂੰ ਕਹਿੰਦੇ ਹਾਂ ਪਰ ਆਪ ਨਹੀਂ ਕਰਦੇ। ਇਸ ਕਰਕੇ ਗੁਰੂ ਸਵਾਰਿਓ ਸਾਡੀ ਖੁਆਰੀ ਹੋ ਰਹੀ ਹੈ। ਜੇਕਰ ਖੁਆਰੀ ਤੋਂ ਬਚਣਾ ਹੈ ਫਿਰ ਗੁਰੂ ਦੇ ਸਿਧਾਂਤ ਤੇ ਸਾਨੂੰ ਤੁਰਨਾ ਪਵੇਗਾ। ਸਾਡੇ ਗੁਰੂ ਸਾਹਿਬਾਨਾਂ ਨੇ ਜੋ ਕੁਝ ਸਾਨੂੰ ਸਿੱਖਿਆ ਦਿੱਤੀ ਹੈ ਪਹਿਲਾਂ ਉਸ ਆਪ ਸਿੱਖਿਆ ਤੇ ਚੱਲੇ ਨੇ। ਅਨੇਕਾਂ ਉਦਾਹਰਨਾਂ ਨੇ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦੀਆਂ ਨੇ ਜਦੋਂ ਅਸੀਂ ਸਿੱਖ ਇਤਿਹਾਸ ਨੂੰ, ਗੁਰ ਇਤਿਹਾਸ ਨੂੰ ਪੜ੍ਹਦੇ ਹਾਂ। ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਦੀ ਧਰਤੀ ਤੇ ਕਿਰਤ ਕਰ ਰਹੇ ਨੇ, ਖੇਤੀ ਕਰ ਰਹੇ ਨੇ, ਹਲ ਵਾਹ ਰਹੇ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ। ਤੇ ਨੇੜੇ ਨੇੜੇ ਮੇਰੇ ਹਜ਼ੂਰ ਪਾਤਸ਼ਾਹ ਪ੍ਰਚਾਰ ਤੇ ਵੀ ਜਾਂਦੇ ਨੇ ਨਾਲ ਦੇ ਪਿੰਡਾਂ ਦੇ ਵਿੱਚ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਖਡੂਰ ਦੀ ਧਰਤੀ ਤੇ ਰਹਿਣ ਵਾਲੇ ਭਾਈ ਲਹਿਣਾ ਜੀ ਨੇ ਸੁਣਿਆ ਏ, ਪਰ ਇੱਕ ਦਿਨ ਖਿੱਚੇ ਗਏ, ਇੱਕ ਦਿਨ ਹਿਰਦੇ ਨੂੰ ਟੁੰਬਣ ਵਾਲੇ ਸ਼ਬਦ ਸੁਣ ਲਏ। ਕਿਸ ਦੇ ਕੋਲੋਂ? ਭਾਈ ਜੋਧ ਜੀ ਦੇ ਕੋਲੋਂ। ਮੇਰੀਆਂ ਸਤਿਕਾਰਯੋਗ ਭੈਣਾਂ ਸੱਜ ਬੈਠੀਆਂ ਨੇ, ਸਤਿਕਾਰਯੋਗ ਵੀਰ ਸੱਜ ਬੈਠੇ ਨੇ। ਅਚੇਚੇ ਤੌਰ ਤੇ ਭਾਈ ਜੋਗਾ ਸਿੰਘ ਜੀ ਜਦੋਂ ਢਾਡੀਆਂ ਦਾ ਸਾਜ਼ ਖੜਕਦੇ ਨੇ ਤੇ ਦਰਬਾਰ ਦੇ ਵਿੱਚ ਆ ਕੇ ਬੈਠ ਜਾਂਦੇ ਨੇ। ਇਤਿਹਾਸ ਨੂੰ ਸੁਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ। ਛੇਵੇਂ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ, ਢਾਡੀਆਂ ਨੂੰ ਸਨਮਾਨ ਦੇ ਕੇ ਕੌਮ ਦੀ ਸੇਵਾ ਦੀ ਪ੍ਰੇਰਨਾ ਕੀਤੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖ ਤੋਂ ਉਚਾਰੀ ਹੋਈ ਬਾਣੀ ਭਾਈ ਜੋਧ ਜੀ ਖਡੂਰ ਦੀ ਧਰਤੀ ਤੇ ਅੰਮ੍ਰਿਤ ਵੇਲੇ ਪੜ੍ਹ ਰਹੇ ਨੇ, ਸਿਮਰਨ ਕਰ ਰਹੇ ਨੇ। ਤੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਸ਼ਬਦ ਜਿਹੜੇ ਨੇ ਭਾਈ ਲਹਿਣਾ ਜੀ ਦੇ ਕੰਨਾਂ ਦੇ ਵਿੱਚ ਪੈਂਦੇ ਨੇ। ਉਸੇ ਵੇਲੇ ਮਨ ਦੇ ਨਾਲ ਫੈਸਲਾ ਕਰ ਲਿਆ, ਮੈਂ ਇਸ ਸਿੱਖ ਦੇ ਕੋਲੋਂ ਪੁੱਛਦਾ ਹਾਂ ਜਿਹੜੇ ਸ਼ਬਦ ਆਪਣੀ ਰਸਨਾ ਤੋਂ ਇਹ ਕਹਿ ਰਹੇ ਨੇ, ਇਹਨਾਂ ਨੇ ਕਿੱਥੋਂ ਲਏ ਨੇ? ਹਿਰਦੇ ਨੂੰ ਟੁੰਬਦੇ ਜਾ ਰਹੇ ਨੇ, ਇਹ ਕਿੱਥੋਂ ਪ੍ਰਾਪਤ ਹੋਏ ਨੇ? ਇਹ ਕਿਸ ਦੀ ਬਾਣੀ ਹੈ? ਭਾਈ ਜੋਧ ਜੀ ਨੂੰ ਮਿਲੇ। ਭਾਈ ਜੋਧ ਜੀ ਨੂੰ ਮਿਲ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਾਰੇ ਪਤਾ ਕੀਤਾ। ਭਾਈ ਜੋਧ ਜੀ ਨੇ ਆਖਿਆ, ਭਾਈ ਸਿੱਖਾ, ਇਸ ਵੇਲੇ ਕਰਤਾਰਪੁਰ ਦੀ ਧਰਤੀ ਤੇ ਸੰਗਤਾਂ ਦੇ ਬੇੜੇ ਤਾਰ ਰਹੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਅੱਸੂ ਦਾ ਮਹੀਨਾ ਆਇਆ, ਬਾਬਾ ਫੇਰੂ ਮਲ ਜੀ 5 ਸਾਲ ਪਹਿਲਾਂ ਚੜ੍ਹਾਈ ਕਰ ਰਹੇ ਨੇ। ਪਿਤਾ ਦੇ ਸਮੇਂ ਵੀ ਦੇਵੀ ਦੀ ਯਾਤਰਾ ਕਰਦੇ ਨੇ ਤੇ ਹੁਣ ਆਗੂ ਹੋ ਕੇ ਤੁਰਦੇ ਨੇ। 5 ਸਾਲ ਤੋਂ ਅੱਸੂ ਦਾ ਮਹੀਨਾ ਆਇਆ, 1532 ਦਾ ਸਾਲ ਆਇਆ ਤੇ ਭਾਈ ਲਹਿਣਾ ਜੀ ਫੈਸਲਾ ਕਰਦੇ ਨੇ, ਮੈਂ ਸੰਗ ਤੇ ਤੁਰਾਂਗਾ ਤੇ ਸਾਥੀਆਂ ਦੇ ਨਾਲ, ਪਰ ਰਸਤੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਜਾਵਾਂਗਾ। ਭਾਈ ਲਹਿਣਾ ਜੀ ਨੂੰ ਇਹ ਨਹੀਂ ਪਤਾ ਸੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਜਿਸ ਵੇਲੇ ਹੋਣੇ ਨੇ, ਜਿੱਥੇ ਸ਼ਬਦ ਦੇ ਨਾਲ ਹਿਰਦਾ ਟੁੰਬਿਆ ਗਿਆ ਏ, ਸ਼ਬਦ ਦੇ ਨਾਲ ਮਨ ਖਿੱਚਿਆ ਗਿਆ ਏ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹਮੇਸ਼ਾ ਵਾਸਤੇ ਗੁਰੂ ਨਾਨਕ ਦਾ ਹੋ ਜਾਣਾ ਏ। ਭਾਈ ਲਹਿਣਾ ਜੀ ਨੂੰ ਇਹ ਪਤਾ ਨਹੀਂ। ਜਦੋਂ ਗਏ ਨੇ ਕਰਤਾਰਪੁਰ ਦੇ ਨੇੜੇ ਤੇ ਆਪਣੇ ਸੰਗੀਆਂ ਨੂੰ ਆਖਦੇ ਨੇ, ਮੈਂ ਕੁਝ ਸਮਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲ ਕੇ ਆਉਣਾ ਏ, ਦਰਸ਼ਨ ਕਰਨੇ ਨੇ। ਤੁਰ ਪਏ ਨੇ, ਘੋੜੀ ਤੇ ਸਵਾਰ ਨੇ। ਜਦੋਂ ਘੋੜੀ ਤੇ ਸਵਾਰ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਆ ਰਹੇ ਨੇ ਤੇ ਗੁਰੂ ਸਵਾਰਿਓ ਇੱਕ ਬਜ਼ੁਰਗ ਬਾਬੇ ਨੂੰ ਵੇਖਿਆ। ਬਜ਼ੁਰਗ ਬਾਬੇ ਨੂੰ ਵੇਖ ਕੇ ਪੁੱਛਣਾ ਕੀਤਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਰਹਿੰਦੇ ਨੇ? ਉਹ ਕਿੱਥੇ ਵਾਸਾ ਕਰਦੇ ਨੇ? ਉਸ ਬਾਬੇ ਨੇ ਘੋੜੀ ਦੀ ਲਗਾਮ ਫੜੀ ਹੈ ਤੇ ਧਰਮਸ਼ਾਲਾ ਪਹੁੰਚ ਗਏ ਨੇ। ਆਖਿਆ, ਪੁਰਖਾ, ਇਹ ਘੋੜੀ ਨੂੰ ਇਧਰਲੇ ਪਾਸੇ ਬੰਨ ਆ ਤੇ ਤੂੰ ਇਸ ਦਰਵਾਜ਼ੇ ਥਾਣੀ ਆ ਜਾਣਾ। ਜੋ ਕੁਝ ਤੂੰ ਲੈਣ ਵਾਸਤੇ ਆਇਆ ਹੈ ਤੈਨੂੰ ਮਿਲ ਜਾਵੇਗਾ। ਭਾਈ ਲਹਿਣਾ ਜੀ ਨੇ ਇੰਜ ਹੀ ਕੀਤਾ। ਘੋੜੀ ਨੂੰ ਬੰਨ ਕੇ ਜਦੋਂ ਆਏ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੱਕ ਕੇ ਹੈਰਾਨ ਹੋ ਗਏ। ਕਿਉਂ ਹੈਰਾਨ ਹੋ ਗਏ ਨੇ? ਕੀ ਹੋਇਆ? ਭਾਈ ਲਹਿਣਾ ਜੀ ਨੂੰ ਜਦੋਂ ਦਹਲੀਜ਼ ਟੱਪਣ ਲੱਗੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਮਸ਼ਾਲਾ ਦੀ, ਮੇਰੇ ਪਾਤਸ਼ਾਹ ਜੀ ਨੂੰ ਵੇਖ ਕੇ ਅਚੰਭੇ ਦੇ ਵਿੱਚ ਫਸ ਗਏ ਨੇ, ਹੈਰਾਨ ਹੋ ਗਏ ਨੇ।
ਤੱਕੋ ਜੀ ਉਸ ਦ੍ਰਿਸ਼ ਨੂੰ ਸਾਥੀ ਕਹਿਣ ਲੱਗੇ ਨੇ ਬੀਬਾ ਜਸਵੰਤ ਕੌਰ ਜੀ, ਗਿਆਨੀ ਕਮਲਜੀਤ ਸਿੰਘ ਜੀ, ਬੀਬਾ ਸਰਿੰਦਰ ਕੌਰ ਜੀ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਭਾਈ ਲਹਿਣਾ ਜੀ ਦੀ ਪਹਿਲੀ ਮਿਲਣੀ ਹੈ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਹੀ ਰਸਤਾ ਪੁੱਛਿਆ। ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਆਏ, ਪਰ ਪਤਾ ਨਹੀਂ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਜਦੋਂ ਦਹਲੀਜ਼ ਤੇ ਆਏ ਸਤਿਗੁਰ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਤੇ ਮੇਰੇ ਪਾਤਸ਼ਾਹ ਜੀ ਨੂੰ ਤੱਕ ਕੇ ਹੈਰਾਨ ਹੋ ਗਏ ਨੇ। ਕੀ ਸੋਚਦੇ ਨੇ ਉਸ ਵੇਲੇ ਦੇ ਦ੍ਰਿਸ਼ ਨੂੰ ਢਾਡੀ ਜਥਾ ਇਉਂ ਕਹਿੰਦਾ। ਲੈਣੀ ਜਦੋਂ ਤੱਕਿਆ ਹੈਰਾਨ ਹੋ ਗਿਆ, ਦਿਲ ਵਿੱਚ ਬੜਾ ਪਰੇਸ਼ਾਨ ਹੋ ਗਿਆ। ਲੈਣੀ ਜਦੋਂ ਤੱਕਿਆ ਹੈਰਾਨ ਹੋ ਗਿਆ, ਦਿਲ ਵਿੱਚ ਬੜਾ ਪਰੇਸ਼ਾਨ ਹੋ ਗਿਆ। ਇਸ ਬਾਬੇ ਪੰਡ ਸਿਰ ਤੇ ਉਠਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਇਸ ਬਾਬੇ ਪੰਡ ਸਿਰ ਤੇ ਉਠਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਚੁੱਪ ਕਰਕੇ ਕਹਿੰਦਾ ਦਿਲ ਰੱਖੀਏ ਪ੍ਰੇਮ ਤਾਰ ਕੇ। ਅੱਗੇ ਅੱਗੇ ਤੁਰਿਆ ਸੀ ਚੁੱਪ ਕਰਕੇ ਕਹਿੰਦਾ ਦਿਲ ਰੱਖੀਏ ਪ੍ਰੇਮ ਤਾਰ ਕੇ। ਜਿਨ ਕਰਤਾਰ ਜੀ ਦੀ ਮੈਂ ਮੰਗਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਜਿਨ ਕਰਤਾਰ ਜੀ ਦੀ ਮੈਂ ਮੰਗਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਸਾਗੀ ਜਹਾਨ ਜੀ ਨੂੰ ਕਰ ਸਜਦਾ, ਵਿੱਚ ਕਰਤਾਰਪੁਰ ਡੇਰਾ ਜਿਸ ਦਾ ਸਾਰਾ ਹੀ ਜਹਾਨ ਜੀ ਨੂੰ ਕਰੇ ਸਜਦਾ। ਮਹਿਲ ਦਿਲ ਵਿੱਚੋਂ ਬਾਦੀ ਦੀ ਮਿਟਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਮਹਿਲ ਦਿਲ ਵਿੱਚੋਂ ਜਿਸ ਦੀ ਵਧਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਜਿਹੜਾ ਗੁਰ ਗੱਦੀ ਉੱਤੇ ਬੈਠਾ ਬਾਬਾ ਹੈ, ਜਿਹਨੂੰ ਕਹਿੰਦੇ ਗੁਰੂ ਨਾਨਕ ਹੀ ਬਾਬਾ ਹੈ। ਜਿਹੜਾ ਗੁਰ ਗੱਦੀ ਉੱਤੇ ਬੈਠਾ ਬਾਬਾ ਹੈ, ਜਿਹਨੂੰ ਕਹਿੰਦੇ ਗੁਰੂ ਨਾਨਕ ਹੀ ਬਾਬਾ ਹੈ। ਜਿਹਨੇ ਸਿੱਧ ਜੋਗੀਆਂ ਤੇ ਜਿੱਤ ਪਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਜਿਹਨੇ ਸਿੱਧ ਜੋਗੀਆਂ ਤੇ ਜਿੱਤ ਪਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਜਿਸ ਦਾ ਸਾਰਾ ਹੀ ਜਹਾਨ ਜੀ ਨੂੰ ਕਰੇ ਸਜਦਾ। ਵਿੱਚ ਕਰਤਾਰਪੁਰ ਡੇਰਾ ਜਿਸ ਦਾ ਸਾਰਾ ਹੀ ਜਹਾਨ ਜੀ ਨੂੰ ਕਰੇ ਸਜਦਾ। ਮਹਿਲ ਦਿਲ ਵਿੱਚੋਂ ਬਦੀ ਦੀ ਗਵਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਮਹਿਲ ਦਿਲ ਵਿੱਚੋਂ ਬਦੀ ਦੀ ਗਵਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ।
ਰੂਪ ਰੱਬ ਦਾ, ਭਲਾ ਸਰਬੱਤ ਵਾਲਾ ਮੰਗੇ ਸਭ ਦਾ। ਸ਼ਾਂਖ ਸ਼ਾਤ ਬੈਠਾ ਦਿਸੇ ਰੂਪ ਰੱਬ ਦਾ, ਭਲਾ ਸਰਬੱਤ ਵਾਲਾ ਮੰਗੇ ਸਭ ਦਾ। ਸੁਰਜੀਤ ਸਿੰਘ ਕਲਵਰ ਤਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਸੁਰਜੀਤ ਸਿੰਘ ਕਲਵਰ ਤਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ, ਕੋੜੀ ਦੀ ਲਗਾਮ ਜਿਸ ਨੂੰ ਫੜਾਈ ਸੀ। ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਹੜੇ ਪਰਮਾਤਮਾ ਨੂੰ ਲੱਭਦੇ ਨੇ, ਪਰਮਾਤਮਾ ਦੀ ਪ੍ਰੀਤ ਕਰਨਾ ਲੋਚਦੇ ਨੇ, ਜਿਹੜੇ ਇਨਸਾਨੀਅਤ ਦੇ ਅਸਲੀ ਫਰਜ਼ ਨੂੰ ਪਹਿਚਾਨਣ ਦਾ ਯਤਨ ਕਰਦੇ ਨੇ, ਜਿਹੜੇ ਨੇਕੀ ਦੇ ਰਸਤੇ ਤੇ ਚੱਲਣਾ ਚਾਹੁੰਦੇ ਨੇ, ਜਿਹੜੇ ਇਸ ਮਨੁੱਖੀ ਜਾਮੇ ਦਾ ਲਾਹਾ ਲੈਣਾ ਚਾਹੁੰਦੇ ਨੇ, ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਬੜੀ ਕਦਰ ਕੀਤੀ। ਉਹਨਾਂ ਨੂੰ ਮੇਰੇ ਹਜ਼ੂਰ ਪਾਤਸ਼ਾਹ ਜੀ ਨੇ ਆਪਣੇ ਗਲ ਦੇ ਨਾਲ ਲਾ ਲਿਆ। ਆਓ ਗੁਰੂ ਸਵਾਰਿਓ, ਸਾਡਾ ਗੁਰੂ ਸਮਰੱਥ ਹੈ। ਸਾਡੇ ਗੁਰੂ ਵਰਗਾ ਕੋਈ ਗੁਰੂ ਹੋਰ ਹੋ ਨਹੀਂ ਸਕਦਾ। ਇਹ ਗੁਰੂ ਹਮੇਸ਼ਾ ਸਾਡਾ ਪਾਰ ਉਤਾਰਾ ਕਰਦਾ ਏ, ਸਾਡਾ ਹਲਤ ਵੀ ਸਵਾਰਦਾ ਏ, ਸਾਡਾ ਪਲਤ ਵੀ ਸਵਾਰਦਾ ਏ। ਇਹ ਦੋਵੇਂ ਥਾਂ ਸਾਡੇ ਸਵਾਰਦਾ ਏ, ਪਰ ਭਾਵਨਾ ਇਸ ਦਰ ਤੇ ਵੇਖੀ ਜਾਂਦੀ ਹੈ। ਸਾਡੀ ਭਾਵਨਾ ਕੀ ਹੈ? ਭਾਈ ਲਹਿਣਾ ਜੀ ਜਾ ਤੇ ਰਹੇ ਨੇ ਦੇਵੀ ਦੇ ਦਰਸ਼ਨਾਂ ਵਾਸਤੇ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਾਂਘ ਨੂੰ ਲੈ ਕੇ ਜਦੋਂ ਆਏ ਨੇ ਤੇ ਮੇਰੇ ਸਤਿਗੁਰੂ ਜੀ ਦੀ ਕਲਾ ਵਰਤਾਉਂਦੇ ਨੇ। ਮੇਰੇ ਸ਼ਹਿਨशाह ਜੀ ਅਗਾਂਹ ਖੜੇ ਨੇ ਸਿੱਖ ਨੂੰ ਮਿਲਣ ਵਾਸਤੇ। ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੇ ਹੋਏ ਲੇਤ ਹੈ। ਗੁਰੂ ਬੜਾ ਮਹਾਨ ਹੈ। ਗੁਰੂ ਨੇ ਸਿੱਖਾ ਤੇਰੀ ਭਾਵਨਾ ਵੇਖਣੀ ਹੈ। ਜਦੋਂ ਤੇਰੀ ਭਾਵਨਾ ਗੁਰੂ ਦੇ ਨਾਲ ਪ੍ਰੀਤ ਵਾਲੀ ਹੋਵੇਗੀ ਤੇ ਫਿਰ ਤੂੰ ਫਿਕਰ ਨਾ ਕਰੀ, ਤੇਰਾ ਪਾਰ ਉਤਾਰਾ ਹੋ ਜਾਵੇਗਾ। ਮੇਰੇ ਸਤਿਗੁਰ ਪਾਤਸ਼ਾਹ ਜੀ ਆਪ ਘੋੜੀ ਦੀ ਲਗਾਮ ਫੜ ਕੇ ਅੱਗੇ ਅੱਗੇ ਆਉਂਦੇ ਨੇ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਨੇ। ਜਦੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਹੈਰਾਨ ਹੋ ਗਏ, ਪਛਤਾਵਾ ਵੀ ਹੋਇਆ। ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸਜੇ ਬੈਠੇ ਹੋ। ਮੇਰੇ ਤੋਂ ਪਹਿਲਾਂ ਭਾਈ ਅਰੁਣ ਸਿੰਘ ਜੀ, ਸਤਿਕਾਰਯੋਗ ਭਾਈ ਰਜਿੰਦਰ ਸਿੰਘ ਜੀ ਮਗਰ ਆਪ ਜੀ ਦੇ ਨਾਲ ਬੜੀ ਵੇਦਨਾ ਭਰੀ ਆਵਾਜ਼ ਦੇ ਵਿੱਚ ਇਹ ਸ਼ਬਦ ਸਾਂਝੇ ਕਰਕੇ ਗਏ ਨੇ ਕਿ ਗੁਰੂ ਸਵਾਰਿਓ, ਗੁਰੂ ਦੀ ਹਜ਼ੂਰੀ ਦੇ ਵਿੱਚ, ਗੁਰੂ ਦੀ ਮਰਿਆਦਾ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ। ਮਨ ਮਾਨੀਆਂ ਨਾ ਕਰਗੇ। ਜ਼ਿੰਦਗੀ ਦੇ ਜੇਕਰ ਖੁਸ਼ੀ ਦੇ ਸਫ਼ਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਤਾਂ ਗੁਰੂ ਨੂੰ ਨਾ ਭੁੱਲ ਗਏ, ਗੁਰੂ ਦੇ ਸਿਧਾਂਤ ਨੂੰ ਨਾ ਭੁੱਲ ਗਏ। ਜੇਕਰ ਜ਼ਿੰਦਗੀ ਦਾ ਕੋਈ ਵੀ ਕਾਰਜ ਕਰ ਰਹੇ ਹੋ ਤੇ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਬਹੁਤ ਜ਼ਰੂਰੀ ਹੈ। ਅਸੀਂ ਥੋੜੀ ਜਿਹੀ ਸ਼ਾਨੋ ਸ਼ੌਕਤ ਦੇ ਲਈ ਅਸੀਂ ਆਪਣੀ ਮਨ ਦੀ ਮਰਜ਼ੀ ਕਰਕੇ ਗੁਰੂ ਦਰਬਾਰ ਦੇ ਵਿੱਚ ਆ ਕੇ ਜਿਹੜੀਆਂ ਆਪ ਖੁਦਰੀਆਂ ਕਰਦੇ, ਸਾਨੂੰ ਬਾਜ ਆਉਣਾ ਪਵੇਗਾ। ਚਾਹੇ ਸਾਡਾ ਵਿਆਹ ਦਾ ਕਾਰਜ ਹੈ, ਚਾਹੇ ਸਾਡਾ ਸਗਨ ਦਾ ਕਾਰਜ ਹੈ, ਜ਼ਿੰਦਗੀ ਦਾ ਕੋਈ ਵੀ ਕਾਰਜ ਹੈ, ਗੁਰੂ ਤੋਂ ਖੁਸ਼ੀਆਂ ਲੈਣੀਆਂ ਤੇ ਗੁਰੂ ਦੇ ਆਸ਼ੇ ਅਨੁਸਾਰ ਸਾਨੂੰ ਚੱਲਣਾ ਪਵੇਗਾ। ਤੇ ਗੁਰੂ ਸਵਾਰਿਓ, ਅਸੀਂ ਲੱਖਾਂ ਗਲਤੀਆਂ ਕਰਦੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਵੇਰੇ ਉੱਠਿਆ ਕਰ, ਵਾਹਿਗੁਰੂ ਕਿਹਾ ਕਰ, ਇਸ਼ਨਾਨ ਕਰ, ਗੁਰਬਾਣੀ ਦਾ ਸਿਮਰਨ ਕਰਿਆ ਕਰ, ਤੇ ਜਦੋਂ ਸ਼ਾਮ ਨੂੰ ਰਹਿਰਾਸ ਕਰਦਾ ਏ, ਸੌਣ ਦਾ ਸਮਾਂ ਆਉਂਦਾ ਏ ਤੇ ਆਪਣੇ ਦਿਨ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਕਰਿਆ ਕਰ। ਮੈਂ ਅੱਜ ਕੀ ਗੁਰੂ ਦੇ ਸਿਧਾਂਤ ਦੇ ਅਨੁਸਾਰ ਕੀਤਾ ਏ, ਅੱਜ ਕੀ ਮੈਂ ਗੁਰੂ ਦੀ ਸਿੱਖਿਆ ਦੇ ਉਲਟ ਕੀਤਾ ਏ। ਸੋਹਲਾ ਸਾਹਿਬ ਦੀ ਬਾਣੀ ਪੜ੍ਹ ਕੇ ਸੋਇਆ ਕਰ ਸਿੱਖਾ, ਇਹ ਤੇਰੀ ਜ਼ਿੰਦਗੀ ਦਾ ਅਸੂਲ ਹੋਣਾ ਚਾਹੀਦਾ ਏ। ਪਰ ਲੱਖਾਂ ਗਲਤੀਆਂ ਕਰਨ ਦੇ ਬਾਵਜੂਦ ਹੀ ਸਾਨੂੰ ਕੋਈ ਚੇਤਾ ਹੀ ਨਹੀਂ ਆਉਂਦਾ ਕਿ ਅਸੀਂ ਗੁਰੂ ਦੇ ਕੋਲੋਂ ਮਾਫੀ ਮੰਗਣੀ ਹੈ। ਗੁਰੂ ਦੇ ਕੋਲੋਂ ਅਸੀਂ ਕੀਤੇ ਹੋਏ ਗੁਨਾਹ ਨੂੰ ਬਖਸ਼ਾਉਣਾ ਏ।
ਪਰ ਕਦੇ ਸੋਚਿਆ ਹੀ ਨਹੀਂ ਗੁਰੂ ਸਵਾਰਿਓ। ਭਾਈ ਲਹਿਣਾ ਜੀ ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਦੇ ਨੇ ਤੇ ਕਿੰਨਾ ਕੁ ਸਮਾਂ ਘੋੜੀ ਦੀ ਲਗਾਮ ਫੜ ਕੇ ਮੇਰੇ ਸਤਿਗੁਰ ਜੀ ਆਏ ਹੋਣਗੇ। ਕੁਝ ਮਿੰਟ ਭਾਈ ਲਹਿਣਾ ਜੀ ਨੇ ਪਛਤਾਵਾ ਕੀਤਾ। ਪਛਤਾਵਾ ਕਰਦਿਆਂ ਹੋਇਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲ ਆਉਣ ਦਾ ਯਤਨ ਕਰ ਰਹੇ ਨੇ, ਪਰ ਸੋਚ ਰਹੇ ਨੇ ਮੈਂ ਹੁਣ ਗੁਰੂ ਨੂੰ ਕੀ ਕਹਾਂਗਾ। ਬਹੁਤ ਵੱਡੀ ਭੁੱਲ ਹੋ ਗਈ ਹੈ। ਗੁਰੂ ਸਾਹਿਬ ਤੁਰ ਕੇ ਆਏ ਨੇ ਅੱਗੇ ਅੱਗੇ ਤੇ ਮੈਂ ਘੋੜੀ ਤੇ ਸਵਾਰ ਹੋ ਕੇ ਆਇਆ ਹਾਂ, ਲੇਕਿਨ ਮਨ ਦੀ ਭਾਵਨਾ ਹੈ, ਤਮੰਨਾ ਹੈ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ। ਬਾਣੀ ਸੁਣੀ ਹੈ, ਹਿਰਦਾ ਟੁੰਬਿਆ ਗਿਆ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਮੈਂ ਅਗਾਂਹ ਜਾਣਾ ਹੈ। ਜਦੋਂ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਤੱਕ ਰਹੇ ਨੇ, ਭਾਈ ਲਹਿਣਾ ਜੀ ਦੇ ਨਾਲ ਨੇਤਰ ਮਿਲਾਏ, ਆਖਿਆ ਸਿੱਖਾ ਪਛਤਾਵਾ ਕਰਨ ਦੀ ਹੁਣ ਲੋੜ ਨਹੀਂ। ਆ ਇਹ ਅਚਨਚੇਤ ਜੋ ਕੁਝ ਹੋਇਆ ਏ, ਇੱਥੇ ਮਾਲਕ ਦੀ ਦਰਗਾਹ ਦੇ ਵਿੱਚ ਸਭ ਕੁਝ ਬਖਸ਼ਿਆ ਜਾਂਦਾ ਏ, ਪਰ ਜੇਕਰ ਜਾਣ ਬੁੱਝ ਕੇ ਕੋਈ ਗਲਤੀ ਕਰਕੇ ਚਲਾਕੀ ਕਰੇ ਤੇ ਇੱਥੇ ਮਾਲਕ ਦੀ ਦਰਗਾਹ ਦੇ ਵਿੱਚ ਕੋਈ ਚਲਾਕੀ ਨਹੀਂ ਚੱਲਦੀ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖਸ਼ਾਤ ਅਕਾਲ ਪੁਰਖ ਦਾ ਰੂਪ ਨੇ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਤੂੰ ਕੋਈ ਚਲਾਕੀ ਨਹੀਂ ਕੀਤੀ, ਤੂੰ ਕੋਈ ਸ਼ੈਤਾਨੀ ਨਹੀਂ ਕੀਤੀ। ਇਹ ਭੁੱਲਣ ਪਾਣੇ ਅਚਨਚੇਤ ਜਿਸ ਦਾ ਤੂੰ ਪਛਤਾਵਾ ਕਰ ਰਿਹਾ ਏ। ਆ ਜਾ ਲੰਘਿਆ। ਜਿਹੜੇ ਲੈਣੇਦਾਰ ਹੋਇਆ ਕਰਦੇ ਨੇ, ਜਿਨ੍ਹਾਂ ਨੇ ਲੈਣਾ ਹੁੰਦਾ ਏ, ਉਹ ਘੋੜੀਆਂ ਤੇ ਸਵਾਰ ਹੋ ਕੇ ਆਉਂਦੇ ਨੇ। ਸਿੱਖਾ ਅਸੀਂ ਦੇਣਾ ਏ, ਤੂੰ ਸਾਤੋਂ ਲੈਣ ਵਾਸਤੇ ਆਇਆ ਏ। ਪੁਰਖਾ ਅੰਦਰ ਲੰਘਿਆ। ਭਾਈ ਲਹਿਣਾ ਜੀ ਖਿੱਚੇ ਗਏ। ਚੇਤਾ ਭੁੱਲ ਗਿਆ ਸਾਥੀਆਂ ਦਾ, ਚੇਤਾ ਭੁੱਲ ਗਿਆ ਦੇਵੀ ਦਾ, ਤੇ ਮਨ ਹੀ ਮਨ ਦੇ ਵਿੱਚ ਫੈਸਲਾ ਕਰ ਲਿਆ, ਸਤਿਗੁਰੂ ਮੈਂ ਜਿਸ ਨੂੰ ਲੱਭ ਰਿਹਾ ਸਾਂ ਉਹ ਤੂੰ ਸੈਂ, ਮੈਨੂੰ ਪਤਾ ਨਹੀਂ, ਮੇਰੇ ਔਗਣ ਬਖਸ਼ ਦੇ। ਸੱਚੇ ਪਾਤਸ਼ਾਹ ਹੁਣ ਮੈਨੂੰ ਆਪਣਾ ਬਣਾ ਲੈ। ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਹਮੇਸ਼ਾ ਵਾਸਤੇ ਗੁਰੂ ਨਾਨਕ ਦੇ ਹੋ ਜਾਂਦੇ ਨੇ। ਮੇਰੇ ਸਮੇਂ ਦੇ ਵਿੱਚੋਂ ਕੁਝ ਮਿੰਟ ਬਾਕੀ ਨੇ। ਮੈਂ ਚਾਹੁੰਦੀ ਹਾਂ ਕਿ ਸਮੇਂ ਸਿਰ ਸਮਾਪਤੀ ਕਰ ਜਾਵਾਂ। ਆਓ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਰਕੇ ਜਿਸ ਪਿੰਡ ਨੂੰ ਲੋਕ ਕੱਲਾ ਖਡੂਰ ਕਹਿੰਦੇ ਸਨ, ਉਹ ਖਡੂਰ ਸਾਹਿਬ ਹੋ ਗਿਆ। ਅੱਜ ਮੇਰੀ ਕੌਮ ਖਡੂਰ ਸਾਹਿਬ ਜੀ ਦੇ ਪਾਵਨ ਸਥਾਨ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦੀ ਹੈ। ਆਓ ਸਿਦਕ ਦੀ ਪੱਠੀ ਦੇ ਵਿੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਲਏ ਹੋਏ ਇਮਤਿਹਾਨਾਂ ਦੇ ਵਿੱਚੋਂ, ਪਰਖ ਦੀ ਕਸਵੱਟੀ ਦੇ ਵਿੱਚੋਂ ਸੇਵਾ ਕਰਕੇ ਕਿਵੇਂ ਭਾਈ ਲਹਿਣਾ ਜੀ ਪਾਸ ਹੁੰਦੇ ਨੇ, ਕਿਵੇਂ ਖਡੂਰ ਸਾਹਿਬ ਦਾ ਨਾਂ ਚਮਕਾਉਂਦੇ ਨੇ, ਕਿਵੇਂ ਗੁਰਮੁਖੀ ਲਿਪੀ ਦਾ ਪ੍ਰਚਾਰ ਵਿਕਾਸ ਕਰਦੇ ਨੇ, ਉਸ ਦ੍ਰਿਸ਼ ਨੂੰ ਕਵਿਤਾ ਰੂਪ ਚ ਸਾਥੀ ਕਿਉਂ ਕਹਿੰਦੇ। ਸੇਵਾ ਦਾ ਮੁਜੱਸਮਾ ਤੂੰ, ਚਾਨਣ ਮੁਨਾਰਾ ਤਾਈਓ ਵਾਹਿਗੁਰੂ ਦੇ ਨੂਰ ਦਾ। ਚਾਨਣ ਮੁਨਾਰਾ ਤੂੰਓ ਵਾਹਿਗੁਰੂ ਦੇ ਨੂਰ ਦਾ। ਧੰਨ ਗੁਰੂ ਅੰਗਦ ਜੀ ਸੇਵਾ ਦਾ ਮੁਜੱਸਮਾ ਤੂੰ, ਚਾਨਣ ਮੁਨਾਰਾ ਤੂੰਓ ਵਾਹਿਗੁਰੂ ਦੇ ਨੂਰ ਦਾ। ਚਾਨਣ ਮੁਨਾਰਾ ਤੂੰਓ ਵਾਹਿਗੁਰੂ ਦੇ ਨੂਰ ਦਾ। ਧੰਨ ਗੁਰੂ ਅੰਗਦ ਜੀ।
ਕੋਹਿਨੂਰ ਦਾ ਧਾਰ ਲਿਆ ਰੂਪ ਦਾਤਾ ਹੀਰੇ ਕੋਹਿਨੂਰ ਦਾ ਗੁਰਮੁਖ ਲਿਪੀ ਦਾ ਕਰ ਪੂਰਨ ਵਿਕਾਸ ਸਹਿਬਾ ਨਾਮ ਚਮਕਾਇਆ ਜਗ ਵਿੱਚ ਤੂੰ ਖਡੂਰ ਦਾ ਨਾਮ ਚਮਕਾਇਆ ਸਹਿਬਾ ਵਿੱਚ ਤੂੰ ਖਡੂਰ ਦਾ ਨਾਮ ਚਮਕਾਇਆ ਸਹਿਬਾ ਵਿੱਚ ਤੂੰ ਖਡੂਰ ਦਾ ਵਿੱਚ ਤੂੰ ਖਡੂਰ ਦਾ ਵਿੱਚ ਤੂੰ ਖਡੂਰ ਦਾ आओ जी तुम आओ आओ हमारे आओ जी तुम आओ आओ हमारे आओ जी तुम आओ हमारे हर जस सरवन सुनावना हर जस सरवन सुनावना आओ जी तुम आओ हमारे आओ जी तुम आओ हमारे हर जस सरवन सुनावना हर जस सरवन सुनावना आओ जी तुम आओ हमारे आओ जी तुम आओ हमारे तुद आवत मेरा मन तन हरिया तुद आवत मेरा मन तन हरिया हर जस तुम संग गावना हर जस तुम संग गावना आओ जी तुम आओ हमारे आओ जी तुम आओ हमारे हर जस सरवन सुनावना हर जस सरवन सुनावना आओ जी तुम आओ हमारे आओ जी तुम आओ हमारे संत कृपा ते हृदय वासै संत कृपा ते हृदय वासै दूजा पाओ मिटाना दूजा पाओ मिटाना आओ जी तुम आओ हमारे आओ जी तुम आओ हमारे हर जस सरवन सुनावना हर जस सरवन सुनावना आओ जी तुम आओ हमारे आओ जी तुम आओ हमारे
ਭਗਤ ਦਇਆ ਤੇ ਬੁੱਧ ਪਰਗਾਸੈ, ਭਗਤ ਦਇਆ ਤੇ ਬੁੱਧ ਪਰਗਾਸੈ, ਦੁਰਮਤ ਦੁਖ ਤਜਾਵਨਾ, ਦੁਰਮਤ ਦੁਖ ਤਜਾਵਨਾ। ਦਰਸ਼ਨ ਭੇਟਤ ਹੋਤ ਪੁਨੀਤਾ, ਦਰਸ਼ਨ ਭੇਟਤ ਹੋਤ ਪੁਨੀਤਾ, ਪੁਨਰਪ ਗਰਭ ਨ ਪਾਵਨਾ, ਪੁਨਰਪ ਗਰਭ ਨ ਪਾਵਨਾ। आओ जी तुम आओ, आओ हमारे, आओ जी तुम आओ, आओ हमारे। हर जस सरवन सुनावना, हर जस सरवन सुनावना। आओ जी तुम आओ, आओ हमारे, आओ जी तुम आओ, आओ हमारे। तुध आवत मेरा मन तन हरिया, तुध आवत मेरा मन तन हरिया, तुध आवत मेरा मन तन हरिया, तुध आवत मेरा मन तन हरिया। हर जस तुम संग गावना, हर जस तुम संग गावना। आओ जी तुम आओ, आओ हमारे, आओ जी तुम आओ, आओ हमारे। हर जस सरवन सुनावना, हर जस सरवन सुनावना। आओ जी तुम आओ, आओ हमारे। नौ निद रिद सिद्ध पाई, नौ निद रिद सिद्ध पाई, जो तुम रे मन पावना, जो तुम रे मन पावना। संत बिना में थाओ न कोई, संत बिना में थाओ न कोई, अवर न सूझे जावना, अवर न सूझे जावना। आओ जी तुम आओ, आओ हमारे, आओ जी तुम आओ, आओ हमारे। हर जिस सरवन सुनावना, हर जिस सरवन सुनावना। आओ जी तुम आओ, आओ हमारे, आओ जी तुम आओ, आओ हमारे। नौ निद रिद सिद्ध पाई, जो तुम रे मन भावना। संत बिना में थाऊ न कोई, अवर ना ना ना, अवर ना सूझे जावना। मोह निर्गुण को कोई न राखे, मोह निर्गुण को कोई न राखे। संता संग समावना, संता संग समावना। कहो नानक गुर चलत दिखाया, कहो नानक गुर चलत दिखाया। मन मध्य हर हर राम नाम, मन मध्य हर हर राम नाम। आओ जी तुम आओ, आओ हमारे, आओ जी तुम आओ, आओ हमारे। हर जिस सरवन सुनावना,
ਹਰ ਜਸ ਸਰਵਨ ਸੁਨਾਵਨਾ। आओ जी तुम आओ हमारे, आओ जी तुम आओ हमारे। खुद आवत मेरा मन तन हरिया, खुद आवत मेरा मन तन हरिया। खुद आवत मेरा मन तन हरिया। खुद आवत मेरा मन तन हरिया। हर जस तुम संग गावना, हर जस तुम संग गावना। आओ जी तुम आओ हमारे, आओ जी तुम आओ हमारे। हर जस सरवन सुनावना, हर जस सरवन सुनावना। आओ जी तुम आओ हमारे, आओ जी तुम आओ हमारे। आओ जी तुम आओ हमारे, आओ जी तुम आओ